ਸਤਿ ਸ੍ਰੀ ਅਕਾਲ ਜੀ। ਸੋਚ ਕੇ ਦੇਖੋ, ਇੱਕ ਅਜਿਹਾ ਵਪਾਰਿਕ ਸੌਦਾ ਜਿਸ ਨੂੰ ਪੂਰਾ ਹੋਣ 'ਚ ਦਹਾਕੇ ਲੱਗ ਗਏ, ਪਰ ਜਦੋਂ ਇਹ ਹੋਇਆ ਤਾਂ ਇਸਨੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਇਕੱਠਾ ਕਰ ਦਿੱਤਾ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਇਸੇ ਇਤਿਹਾਸਿਕ ਸਮਝੌਤੇ ਬਾਰੇ ਤੇ ਦੇਖਾਂਗੇ ਕਿ ਇਸ ਦੇ ਅੰਦਰ ਹੈ ਕੀ। ਇਸ ਸਮਝੌਤੇ ਦਾ ਪੈਮਾਨਾ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਸਿਰਫ ਇਸ ਇੱਕ ਸੁਰਖੀ ਤੋਂ ਲੱਗ ਜਾਂਦਾ ਹੈ। ਦੀ ਟੈਲੀਗ੍ਰਾਫ ਨੇ ਇਸ ਨੂੰ ਕਿਹਾ ਸਾਰੇ ਵਪਾਰਿਕ ਸੌਦਿਆਂ ਦੀ ਮਾਂ। ਦੇਖੋ, ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ, ਕਿਉਂਕਿ ਇਹ ਸਿੱਧਾ-ਸਿੱਧਾ ਦੱਸਦਾ ਹੈ ਕਿ ਇਹ ਸਿਰਫ ਅੰਕੜਿਆਂ ਦੀ ਖੇਡ ਨਹੀਂ, ਸਗੋਂ ਪੂਰੀ ਦੁਨੀਆ ਦੇ ਪੱਧਰ ਤੇ ਇੱਕ ਬਹੁਤ ਵੱਡੀ ਰਣਨੀਤਿਕ ਤਬਦੀਲੀ ਹੈ। ਤਾਂ ਫਿਰ ਹੋਇਆ ਕੀ ਹੈ? ਦੇਖੋ, 28 ਜਨਵਰੀ 2026 ਨੂੰ ਕਈ ਸਾਲਾਂ ਦੀ ਲੰਬੀ ਗੱਲਬਾਤ ਤੇ ਰੁਕਾਵਟਾਂ ਤੋਂ ਬਾਅਦ ਆਖਿਰਕਾਰ ਭਾਰਤ ਤੇ ਯੂਰਪੀਅਨ ਯੂਨੀਅਨ ਨੇ ਇੱਕ ਬਹੁਤ ਵੱਡੇ ਇਤਿਹਾਸਿਕ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕਰ ਦਿੱਤੇ। ਹੁਣ ਇਹ ਮੁਕਤ ਵਪਾਰ ਸਮਝੌਤਾ ਹੁੰਦਾ ਕੀ ਹੈ? ਬੜਾ ਸੌਖਾ ਹੈ। ਇਹ ਦੋਵਾਂ ਪਾਸਿਆਂ ਵਿਚਕਾਰ ਇੱਕ ਪੈਕਟ ਹੈ ਕਿ ਉਹ ਇੱਕ ਦੂਜੇ ਦੇ ਸਮਾਨ ਤੇ ਆਯਾਤ ਟੈਕਸ, ਜਿਨ੍ਹਾਂ ਨੂੰ ਆਪਾਂ ਟੈਰਿਫ ਵੀ ਕਹਿੰਦੇ ਆ, ਜਾਂ ਤਾਂ ਘਟਾ ਦੇਣਗੇ ਜਾਂ ਬਿਲਕੁਲ ਖਤਮ ਕਰ ਦੇਣਗੇ। ਤੇ ਸ਼ਾਇਦ ਇਸੇ ਕਰਕੇ ਦੁਨੀਆ ਭਰ ਦੇ ਲੀਡਰ ਇਸ ਨੂੰ ਸਿਰਫ ਇੱਕ ਸੌਦਾ ਨਹੀਂ, ਸਗੋਂ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਹਿ ਰਹੇ ਨੇ। ਜਿਵੇਂ ਹੀ ਇਹ ਖਬਰ ਆਈ ਨਾ, ਦੁਨੀਆ ਭਰ ਤੋਂ ਪ੍ਰਤੀਕਰਮਾਂ ਦਾ ਹੜ੍ਹ ਜਿਹਾ ਆ ਗਿਆ। ਇਸ ਨੂੰ ਇਤਿਹਾਸਿਕ ਕਿਹਾ ਗਿਆ ਕਿਉਂਕਿ ਇਹ ਸਾਲਾਂ ਦੀ ਉਡੀਕ ਤੋਂ ਬਾਅਦ ਹੋਇਆ ਹੈ। ਰਣਨੀਤਿਕ ਕਿਉਂਕਿ ਇਹ ਸਿਰਫ ਵਪਾਰ ਬਾਰੇ ਨਹੀਂ, ਸਗੋਂ ਇਸ ਦਾ ਸਬੰਧ ਪੂਰ ਰਾਜਨੀਤੀ ਨਾਲ ਵੀ ਹੈ। ਤੇ ਸਹਿਯੋਗ ਦਾ ਨਵਾਂ ਯੁੱਗ ਇਸ ਲਈ ਕਿਹਾ ਗਿਆ ਕਿਉਂਕਿ ਇਹ ਪਵਿੱਤਰ ਦੀ ਸਾਂਝੇਦਾਰੀ ਲਈ ਇੱਕ ਮਜ਼ਬੂਤ ਨੀਂਹ ਰੱਖਦਾ ਹੈ। ਪਰ ਇਹਨਾਂ ਵੱਡੇ-ਵੱਡੇ ਸ਼ਬਦਾਂ ਤੋਂ ਪਰੇ ਅਸਲ ਕਹਾਣੀ ਤਾਂ ਅੰਕੜਿਆਂ ਵਿੱਚ ਲੁਕੀ ਹੋਈ ਹੈ। ਚਲੋ ਦੇਖਦੇ ਹਾਂ ਕਿ ਇਸ ਸਮਝੌਤੇ ਦੇ ਅੰਦਰ ਉਹ ਕਿਹੜੇ ਨੰਬਰ ਨੇ ਜੋ ਇਸ ਨੂੰ ਇੰਨਾ ਜ਼ਿਆਦਾ ਤਾਕਤਵਰ ਬਣਾਉਂਦੇ ਨੇ। ਸਭ ਤੋਂ ਪਹਿਲਾਂ ਇਸ ਅੰਕੜੇ ਤੇ ਧਿਆਨ ਦਿਓ, $27 ਟ੍ਰਿਲੀਅਨ। ਇਹ ਇਸ ਸੌਦੇ ਨਾਲ ਬਣੇ ਸਾਂਝੇ ਬਾਜ਼ਾਰ ਦਾ ਕੁੱਲ ਆਕਾਰ ਹੈ। ਇਸ ਨੂੰ ਇਸ ਤਰ੍ਹਾਂ ਸਮਝੋ, ਇਹ ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਬਲਾਕਾਂ ਵਿੱਚੋਂ ਇੱਕ ਬਣ ਜਾਂਦਾ ਹੈ, ਜਿਸ ਦਾ ਅਸਰ ਦੁਨੀਆ ਦੀ ਹਰ ਵੱਡੀ ਅਰਥਵਿਵਸਥਾ ਤੇ ਪੈਣਾ ਲਾਜ਼ਮੀ ਹੈ। ਤੇ ਗੱਲ ਸਿਰਫ ਪੈਸੇ ਦੀ ਨਹੀਂ ਹੈ। ਇਹ ਸਮਝੌਤਾ ਤਕਰੀਬਨ 2 ਅਰਬ ਲੋਕਾਂ ਤੇ ਸਿੱਧਾ ਅਸਰ ਪਾਵੇਗਾ, ਮਤਲਬ ਦੁਨੀਆ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ। ਇਸ ਦਾ ਮਤਲਬ ਇਹ ਹੋਇਆ ਕਿ ਇਸ ਦਾ ਅਸਰ ਵੱਡੇ-ਵੱਡੇ ਕਾਰੋਬਾਰਾਂ ਤੋਂ ਲੈ ਕੇ ਆਮ ਖਪਤਕਾਰਾਂ ਤੱਕ ਹਰ ਕਿਸੇ ਦੀ ਜ਼ਿੰਦਗੀ ਤੇ ਪਵੇਗਾ। ਇਸ ਸੌਦੇ ਦਾ ਦਿਲ ਹੈ ਟੈਰਿਫ, ਯਾਨੀ ਇੰਪੋਰਟ ਟੈਕਸਾਂ ਵਿੱਚ ਬਹੁਤ ਵੱਡੀ ਕਟੌਤੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਯੂਰਪੀਅਨ ਯੂਨੀਅਨ ਲਗਭਗ 99.5% ਭਾਰਤੀ ਸਮਾਨ ਤੇ ਟੈਰਿਫ ਖਤਮ ਕਰੇਗਾ ਤੇ ਦੂਜੇ ਪਾਸੇ ਭਾਰਤ ਵੀ 96.6% ਯੂਰਪੀਅਨ ਸਮਾਨ ਤੇ ਟੈਕਸ ਘਟਾ ਦੇਵੇਗਾ। ਇਹ ਇੱਕ ਦੂਜੇ ਲਈ ਦਰਵਾਜ਼ੇ ਖੋਲ੍ਹਣ ਦਾ ਇੱਕ ਬਹੁਤ ਹੀ ਸਾਫ਼ ਸੰਕੇਤ ਹੈ। ਅੱਛਾ, ਇਸ ਦਾ ਅਸਲ ਜ਼ਿੰਦਗੀ 'ਚ ਕੀ ਮਤਲਬ ਹੋਇਆ? ਚਲੋ ਇੱਕ ਬਹੁਤ ਹੀ ਵਧੀਆ ਉਦਾਹਰਨ ਦੇਖਦੇ ਹਾਂ, ਕਾਰਾਂ ਦੀ। ਹੁਣ ਤੱਕ ਪਤਾ ਕੀ ਹੁੰਦਾ ਸੀ? ਯੂਰਪ ਤੋਂ ਜਿਹੜੀ ਵੀ ਗੱਡੀ ਆਉਂਦੀ ਸੀ, ਉਸ ਤੇ 100% ਤੋਂ ਵੀ ਵੱਧ ਇੰਪੋਰਟ ਡਿਊਟੀ ਲੱਗਦੀ ਸੀ। ਮਤਲਬ ਗੱਡੀ ਦੀ ਕੀਮਤ ਦੁੱਗਣੀ ਹੋ ਜਾਂਦੀ ਸੀ। ਪਰ ਇਸ ਸੌਦੇ ਤੋਂ ਬਾਅਦ ਇਹ ਡਿਊਟੀ ਸਿੱਧੀ 10% ਤੇ ਆ ਜਾਵੇਗੀ। ਸੋਚੋ, ਭਾਰਤੀ ਕਾਰ ਬਾਜ਼ਾਰ ਤੇ ਕਿੰਨਾ ਵੱਡਾ ਅਸਰ ਪਵੇਗਾ। ਤੇ ਇਹ ਤਾਂ ਸਿਰਫ ਇੱਕ ਉਦਾਹਰਣ ਹੈ। ਇਹੋ ਜਿਹਾ ਹੀ ਫਰਕ ਮਸ਼ੀਨਰੀ, ਦਵਾਈਆਂ ਤੇ ਕੱਪੜਾ ਉਦਯੋਗ ਵਰਗੇ ਖੇਤਰਾਂ 'ਚ ਵੀ ਦੇਖਣ ਨੂੰ ਮਿਲੂਗਾ। ਇਹ ਅੰਕੜੇ ਬਹੁਤ ਪ੍ਰਭਾਵਸ਼ਾਲੀ ਨੇ, ਪਰ ਇਸ ਸੌਦੇ ਦਾ ਅਸਲ ਵਜ਼ਨ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਦੁਨੀਆ ਇਸ ਬਾਰੇ ਕਹਿ ਕੀ ਰਹੀ ਹੈ। ਆਓ ਦੇਖੀਏ ਕਿ ਰਾਜਨੀਤਿਕ ਗਲਿਆਰਿਆਂ ਤੋਂ ਲੈ ਕੇ ਵੱਡੇ-ਵੱਡੇ ਕਾਰੋਬਾਰਾਂ ਦੇ ਬੋਰਡਰੂਮਾਂ ਤੱਕ ਇਸ ਤੇ ਕੀ ਪ੍ਰਤੀਕਿਰਿਆ ਆਈ। ਦੁਨੀਆ ਭਰ ਦੇ ਮੀਡੀਆ ਵਿੱਚ ਇਸ ਸੌਦੇ ਨੂੰ ਸਿਰੇ ਚਾੜਨ ਦਾ ਸਿਹਰਾ ਅਕਸਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਨੂੰ ਦਿੱਤਾ ਗਿਆ। ਕਈਆਂ ਨੇ ਤਾਂ ਇਸ ਨੂੰ ਮੋਦੀ ਮੈਜਿਕ ਤੱਕ ਕਹਿ ਦਿੱਤਾ, ਜੋ ਇਹ ਦਰਸਾਉਂਦਾ ਹੈ ਕਿ ਇਸ ਗੁੰਝਲਦਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਇੱਕ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਦੀ ਬਹੁਤ ਲੋੜ ਸੀ। ਦੀ ਵਾਲ ਸਟਰੀਟ ਜਰਨਲ ਨੇ ਇਸ ਦੇ ਆਰਥਿਕ ਪਹਿਲੂ ਤੋਂ ਵੀ ਅੱਗੇ ਜਾ ਕੇ ਇਸ ਦੇ ਭੂ-ਰਾਜਨੀਤਿਕ ਮਹੱਤਵ ਵੱਲ ਇਸ਼ਾਰਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਅਮਰੀਕੀ ਵਪਾਰਕ ਨੀਤੀਆਂ ਨੂੰ ਲੈ ਕੇ ਦੁਨੀਆ 'ਚ ਥੋੜ੍ਹੀ ਅਨਿਸ਼ਚਿਤਤਾ ਹੈ, ਉਸ ਵੇਲੇ ਭਾਰਤ ਤੇ ਯੂਰਪ ਦਾ ਇਹ ਕਦਮ ਦੱਸਦਾ ਹੈ ਕਿ ਉਹ ਆਪਣੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਨਵੇਂ ਰਾਹ ਲੱਭ ਰਹੇ ਨੇ। ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ਦੇ ਚਾਂਸਲਰ ਫਰੀਡਰਿਕ ਮਰਜ਼ ਨੇ ਇਸ ਨੂੰ ਵਿਕਾਸ ਲਈ ਇੱਕ ਬਹੁਤ ਹੀ ਸਕਾਰਾਤਮਕ ਸੰਕੇਤ ਦੱਸਿਆ। ਹੁਣ ਜਦੋਂ ਜਰਮਨੀ ਵਰਗਾ ਦੇਸ਼ ਇਸ ਦੀ ਹਿਮਾਇਤ ਕਰ ਰਿਹਾ ਹੈ ਤਾਂ ਇਹ ਪੂਰੇ ਯੂਰਪ ਲਈ ਇਸ ਦੇ ਆਰਥਿਕ ਮਹੱਤਵ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਕਾਰੋਬਾਰੀ ਦੁਨੀਆ ਕਿੰਨੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ, ਇਸ ਦਾ ਅੰਦਾਜ਼ਾ ਏਅਰਬਸ ਦੇ ਪ੍ਰਧਾਨ ਦੇ ਬਿਆਨ ਤੋਂ ਲੱਗਦਾ ਹੈ। ਉਹਨਾਂ ਨੇ ਇਸ ਨੂੰ 20 ਸਾਲਾਂ ਦੀ ਉਡੀਕ ਤੋਂ ਬਾਅਦ ਇੱਕ ਵੱਡਾ ਪਲ ਕਿਹਾ। ਇਹ ਦੱਸਦਾ ਹੈ ਕਿ ਵੱਖ-ਵੱਖ ਮੁੱਦਿਆਂ ਤੇ ਸਹਿਮਤੀ ਨਾ ਬਣਨ ਕਰਕੇ ਇਹ ਸੌਦਾ 2 ਦਹਾਕਿਆਂ ਤੋਂ ਲਟਕਿਆ ਹੋਇਆ ਸੀ ਤੇ ਬਿਜ਼ਨਸ ਜਗਤ ਇਸ ਦੇ ਪੂਰਾ ਹੋਣ ਦੀ ਬਹੁਤ ਸ਼ਿੱਦਤ ਨਾਲ ਉਡੀਕ ਕਰ ਰਿਹਾ ਸੀ।
ਪਰ ਜਿਵੇਂ ਆਪਾਂ ਪਹਿਲਾਂ ਕਿਹਾ, ਇਹ ਸੌਦਾ ਸਿਰਫ ਖਰੀਦਣ-ਵੇਚਣ ਬਾਰੇ ਨਹੀਂ ਹੈ। ਮਾਹਿਰਾਂ ਦੇ ਹਿਸਾਬ ਨਾਲ ਇਸ ਦਾ ਅਸਲ ਮਹੱਤਵ ਇਸ ਦੀ ਰਣਨੀਤਿਕ ਡੂੰਘਾਈ ਵਿੱਚ ਹੈ। ਚਲੋ ਸਮਝਦੇ ਹਾਂ ਕਿ ਇਸ ਦਾ ਮਤਲਬ ਕੀ ਹੈ। ਜਦੋਂ ਮਾਹਿਰ ਇਸ ਨੂੰ ਰਣਨੀਤਿਕ ਭਾਈਵਾਲੀ ਕਹਿੰਦੇ ਨੇ ਤਾਂ ਉਹਨਾਂ ਦਾ ਕੀ ਮਤਲਬ ਹੁੰਦਾ ਹੈ? ਇਸ ਦਾ ਮਤਲਬ ਹੈ ਕਿ ਇਹ ਰਿਸ਼ਤਾ ਸਿਰਫ ਵਪਾਰ ਤੱਕ ਸੀਮਿਤ ਨਹੀਂ, ਸਗੋਂ ਇਹ ਸਾਂਝੇ ਹਿੱਤਾਂ, ਸੁਰੱਖਿਆ ਅਤੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਤੇ ਟਿਕਿਆ ਇੱਕ ਲੰਮੇ ਸਮੇਂ ਦਾ ਸਾਥ ਹੈ। ਨੀਤੀ ਬਣਾਉਣ ਵਾਲੇ ਮਾਹਿਰ ਇਸ ਨੂੰ ਕਈ ਪੱਖਾਂ ਤੋਂ ਇੱਕ ਵੱਡਾ ਮੋੜ ਮੰਨਦੇ ਨੇ। ਰਿਚਰਡ ਰੂਸੋ ਦੇ ਅਨੁਸਾਰ ਇਹ ਭਾਰਤ ਦੀ ਵਪਾਰ ਨੀਤੀ ਵਿੱਚ ਇੱਕ ਸਪਸ਼ਟ ਤਬਦੀਲੀ ਹੈ, ਜੋ ਦੱਸਦਾ ਹੈ ਕਿ ਭਾਰਤ ਹੁਣ ਵੱਡੇ ਸਮਝੌਤਿਆਂ ਲਈ ਤਿਆਰ ਹੈ। ਮਾਈਕਲ ਕੁਗਲਮੈਨ ਇਸ ਦੇ ਸਮੇਂ ਨੂੰ ਬਹੁਤ ਮਹੱਤਵਪੂਰਨ ਦੱਸਦੇ ਹੋਏ ਇਸ ਨੂੰ ਸਹੀ ਸਮੇਂ ਤੇ ਸਹੀ ਸੌਦਾ ਕਹਿੰਦੇ ਨੇ, ਤੇ ਜੈਨ ਨੋਇਥਰ ਇਸ ਦੇ ਪੈਮਾਨੇ ਨੂੰ ਉਜਾਗਰ ਕਰਦੇ ਨੇ, ਇਹ ਯਾਦ ਦਿਲਾਉਂਦੇ ਹੋਏ ਕਿ ਇਹ ਪੂਰੀ ਦੁਨੀਆ ਦੀ GDP ਦੇ ਲਗਭਗ 1/4 ਹਿੱਸੇ ਨੂੰ ਇਕੱਠਾ ਕਰਦਾ ਹੈ। ਤਾਂ ਇਸ ਸਭ ਦਾ ਮਤਲਬ ਕੀ ਨਿਕਲਦਾ ਹੈ? ਆਓ ਸਾਰੇ ਅੰਕੜਿਆਂ ਤੇ ਬਿਆਨਾਂ ਨੂੰ ਜੋੜ ਕੇ ਇੱਕ ਵੱਡੀ ਤਸਵੀਰ ਦੇਖੀਏ ਅਤੇ ਸਮਝੀਏ ਕਿ ਇਹ ਆਉਣ ਵਾਲੇ ਭਵਿੱਖ ਲਈ ਕੀ ਸੰਕੇਤ ਦਿੰਦਾ ਹੈ। ਤਾਂ ਇਸ ਸਾਰੇ ਗੱਲਬਾਤ ਦਾ ਸਭ ਤੋਂ ਵੱਡਾ ਸਿੱਟਾ ਇਹੀ ਹੈ, ਇਹ ਸਮਝੌਤਾ ਸਿਰਫ ਟੈਕਸ ਘਟਾਉਣ ਦੀ ਇੱਕ ਲਿਸਟ ਤੋਂ ਕਿਤੇ ਵੱਧ ਹੈ। ਇਹ ਅਸਲ ਵਿੱਚ ਦੁਨੀਆ ਦੀਆਂ ਦੋ ਸਭ ਤੋਂ ਮਹੱਤਵਪੂਰਨ ਤਾਕਤਾਂ ਵਿਚਕਾਰ ਇੱਕ ਬੁਨਿਆਦੀ ਰਣਨੀਤਿਕ ਸਾਂਝ ਨੂੰ ਪੱਕਾ ਕਰਦਾ ਹੈ। ਅਤੇ ਅੰਤ ਵਿੱਚ ਇਹ ਸਵਾਲ ਬਾਕੀ ਰਹਿ ਜਾਂਦਾ ਹੈ ਕਿ ਜਦੋਂ ਇਹ ਦੋ ਆਰਥਿਕ ਦਿੱਗਜ ਇੱਕ ਦੂਜੇ ਦੇ ਇੰਨਾ ਨੇੜੇ ਆ ਰਹੇ ਨੇ ਤਾਂ ਪੂਰੀ ਦੁਨੀਆ ਦੇ ਭਵਿੱਖ ਦੇ ਗੱਠਜੋੜਾਂ ਲਈ ਇਸ ਦਾ ਕੀ ਮਤਲਬ ਹੋਵੇਗਾ?